स्टूडेंट्स आप पढ़ रहे सी ग्राफ थ्योरी ਵਿੱਚ ਅਸੀਂ ਪੜਿਆ ਸੀ ਲਾਸਟ ਟੌਪਿਕ ਸੀ ਸਾਡਾ ਕਨੈਕਟਡ ਗ੍ਰਾਫਸ। तो इस तो अगे है सारा टॉपिक फ्लैरीज एल्गोरिथम फॉर ईलोर सर्किट। ईलोर ग्राफ ਅਸੀਂ ਪੜਿਆ ਸੀ ईलोर सर्किट। हाउ टू फाइंड ईलोर सर्किट इन ए ग्राफ। सपोज G be a connected graph with each vertex of even degree is equal to even degree. Choose any vertex, say V1 of G to start the circuit. ਅਸੀਂ फ्लैरीज एल्गोरिथम फॉलो करना है टू फाइंड द ईलोर सर्किट। तो ਅਸੀਂ ग्राफ G ਦੇ ਵਿੱਚ ਅਸੀਂ ਕੋਈ ਇੱਕ वर्टेक्स चूज ਕਰਾਂਗੇ। ਸਪੋਜ਼ ਉਹ वर्टेक्स ਹੈ V1। ਉਸ ਤੋਂ ਬਾਅਦ ਸਰਕਟ ਸਟਾਰਟ ਕਰਾਂਗੇ ਅਸੀਂ। ਉਸ ਤੋਂ ਬਾਅਦ ਇੱਕ ਅਸੀਂ ਐਜ ਸਿਲੈਕਟ ਕਰਾਂਗੇ ਫਰੋਮ V1 such that E1 must not be a bridge। ਬ੍ਰਿਜ ਇੱਕ ਕੱਟ वर्टेक्स ਹੁੰਦਾ ਜਿਸ ਨੂੰ ਰਿਮੂਵ ਕਰਨ ਤੇ ਗ੍ਰਾਫ ਕੀ ਹੋ ਜਾਂਦਾ ਡਿਸਕਨੈਕਟ। let this edge be V1 V2 then path is specified by PE1 remove E1 from the graph। now check all the edges from V2 again choose any edge from V2 such that this edge must not be a bridge also remove this edge from the graph। repeat this step second until no edge remains in the graph then P will give us the required Euler circuit। P is a path। तो साढ़े कोल एक ग्राफ है इस दे विच असीं देखते हैं पहली गल तो ईलोर सर्किट रजिस्ट करता है कि नहीं। तो असीं हर एक वर्टेक्स की डिग्री देखांगे। वर्टेक्स A की डिग्री 4 है, वर्टेक्स B की डिग्री 2 है, डिग्री ऑफ वर्टेक्स C 4, डिग्री ऑफ वर्स D 2, E 4, डिग्री ऑफ F 2, डिग्री ऑफ G 4, डिग्री ऑफ H 2। तो ग्राफ ਦੇ ਵਿੱਚ ਅਸੀਂ ਪੜ੍ਹਿਆ ਸੀ ਈਲੋ ਗ੍ਰਾਫ ਕਿਹੜਾ ਹੁੰਦਾ ਹੈ। ਈਲੋ ਗ੍ਰਾਫ ਦੇ ਵਿੱਚ ਜਾਂ ਤਾਂ ਸਾਰੇ ਹੀ ਵਰਸਸ ਈਵਨ ਡਿਗਰੀ ਦੇ ਹੋਣਗੇ ਜਾਂ ਫਿਰ ਜੇਕਰ ਔਡ ਡਿਗਰੀ ਵਰਸਸ ਹੈਗੇ ਤਾਂ ਸਿਰਫ ਦੋ ਹੀ ਵਰਸਸ ਹੋਣਗੇ ਵਿਚ ਆਰ ਆਫ ਈਵਨ ਔਡ ਡਿਗਰੀ। ਸਾਰੇ ਵਰਸ ਈਵਨ ਡਿਗਰੀ ਹੋਣਗੇ ਜੇਕਰ ਔਡ ਡਿਗਰੀ ਵਰਸ ਹੈ ਤਾਂ ਸਿਰਫ ਦੋ ਹੀ ਹੋਣਗੇ। ਤਾਂ ਇਸ ਤਰ੍ਹਾਂ ਦੇ ਗ੍ਰਾਫ ਨੂੰ ਅਸੀਂ ਈਲਰ ਗ੍ਰਾਫ ਕਰਨੇ ਅਸੀਂ। ਹੁਣ ਅਸੀਂ ਸਭ ਤੋਂ ਪਹਿਲਾਂ ਸਪੋਜ਼ ਸਟਾਰਟ ਕਰਦੇ ਹਾਂ A ਤੋਂ। A ਤੋਂ ਅਸੀਂ ਜਿੰਨੇ ਵੀ ਐਜ ਸਟਾਰਟ ਹੁੰਦੇ ਨੇ 4 ਐਜ ਸਟਾਰਟ ਹੁੰਦੇ ਨੇ 1 ਨੰਬਰ 2 ਨੰਬਰ 3 ਨੰਬਰ ਤੇ 4 ਨੰਬਰ। ਇਹ ਚਾਰਾਂ ਐਜਸ ਤੋਂ ਦੇਖੋ ਕੋਈ ਵੀ ਕੱਟ ਐਜ ਜਾਂ ਬ੍ਰਿਜ ਨਹੀਂ ਹੈ ਇਸ ਕਰਕੇ ਚੂਜ਼ ਐਨੀਵਨ। ਅਸੀਂ ਐਜ ਚੂਜ਼ ਕਰਦੇ ਹਾਂ A B। ਅਸੀਂ B ਤੇ ਪਹੁੰਚ ਗਏ ਤੇ B ਤੋਂ ਸਿਰਫ ਇੱਕੋ ਹੀ ਐਜ ਹੋਰ ਹੈ ਜੋ ਅੱਗੇ B ਤੋਂ ਅੱਗੇ ਜਾਂਦਾ। ਤਾਂ ਸਪੋਜ਼ ਦਿਸ ਐਜ B ਜਿਹੜਾ ਹੈ B ਤੋਂ C ਐਜ ਹੀ ਹੈ। ਅਸੀਂ ਇਸ ਐਜ ਰਾਹੀਂ C ਤੇ ਪਹੁੰਚਾਂਗੇ ਤੇ C ਤੋਂ ਅੱਗੇ ਸਾਡੇ ਕੋਲ 3 ਐਜ ਨੇ CA CE CD। these 3 edges are ਇਹਨਾਂ ਵਿੱਚੋਂ ਕੋਈ ਵੀ ਕੱਟ ਐਜ ਜਾਂ ਬ੍ਰਿਜ ਨਹੀਂ ਹੈ ਇਸ ਕਰਕੇ ਚੂਜ਼ ਐਨੀਵਨ। ਤਾਂ ਅਸੀਂ C ਤੋਂ D ਚੂਜ਼ ਕਰਦੇ ਹਾਂ। ਦੈਨ D ਤੇ ਪਹੁੰਚ ਕੇ ਸਾਡੇ ਕੋਲ ਇੱਕੋ ਚੋਇਸ ਹੈ D ਤੋਂ A। A ਤੋਂ ਸਪੋਜ਼ ਅਸੀਂ ਜਾਂਦੇ ਹਾਂ G ਤੋਂ ਸਾਡੇ ਕੋਲ 3 ਚੋਇਸਿਸ ਨੇ। ਅਸੀਂ G ਤੋਂ F ਜਾ ਸਕਦੇ ਹਾਂ, G ਤੋਂ E ਜਾ ਸਕਦੇ ਹਾਂ, G ਤੋਂ H ਜਾ ਸਕਦੇ ਹਾਂ। ਸਪੋਜ਼ ਅਸੀਂ G ਤੋਂ ਜਾਂਦੇ ਹਾਂ E ਤੋਂ F, F ਤੋਂ G, G ਤੋਂ H, H ਤੋਂ ਅਗੇਨ E, E ਤੋਂ ਅਗੇਨ C, C ਤੋਂ ਅਗੇਨ A। ਤਾਂ ਅਸੀਂ ਜਿੱਥੇ ਚੱਲੇ ਅਸੀਂ ਵਾਪਸ ਦੁਬਾਰਾ ਉੱਥੇ ਹੀ ਪਹੁੰਚ ਗਏ। ਤਾਂ ਇਹ ਹੈ ਫਲੈਰੀਜ਼ ਐਲਗੋਰਿਥਮ ਟੂ ਫਾਈਂਡ ਦਾ ਈਲੋਰ ਸਰਕਟ। ਨੈਕਸਟ ਹੈ ਹੈਮਿਲਟਨ ਪਾਥਸ ਐਂਡ ਸਰਕਟਸ। ਅਸੀਂ ਈਲੋਰ ਗ੍ਰਾਫ ਵਿੱਚ ਪੜ੍ਹਿਆ ਸੀਗਾ ਅਸੀਂ ਸਾਰੇ ਹੀ ਐਜਸ ਨੂੰ ਟਰਾਵਰਸ ਕੀਤਾ ਸੀ ਐਗਜ਼ੈਕਟਲੀ ਵਨਸ। ਵਰਸਸ ਜਿਹੜੇ ਸੀ ਉਹ ਰਿਪੀਟ ਹੋ ਗਏ ਸੀ ਬਟ ਅਸੀਂ ਐਜਸ ਨੂੰ ਆਲ ਦਾ ਐਜਸ ਆਫ ਦੀ ਗ੍ਰਾਫ ਆਰ ਟਰਾਵਰਸਡ ਔਰ ਐਗਜ਼ੈਕਟਲੀ ਇੱਕ ਵਾਰ ਹੀ ਅਸੀਂ ਉਹਨਾਂ ਨੂੰ ਟਰਾਵਰਸ ਕੀਤਾ ਸੀ। ਤਾਂ ਹੁਣ ਅਸੀਂ ਇੱਕ ਹੋਰ ਤਰ੍ਹਾਂ ਦਾ ਗ੍ਰਾਫ ਡਿਸਕਸ ਕਰਾਂਗੇ ਜਿਸ ਨੂੰ ਵਿਲੀਅਮ ਹੈਮਿਲਟੋਨੀਅਨ ਨੇ
ਪ੍ਰਪੋਜ਼ ਕੀਤਾ ਸੀ। ਦਿਸ ਹੈਮਿਲਟਨ ਪਾਥ ਹੈ ਕੀ? ਇਹ ਹੈਮਿਲਟਨ ਪਾਥ ਇਜ਼ ਏ ਕਨੈਕਟਡ ਗ੍ਰਾਫ in a connected graph is a path which contains each vertex of the graph exactly once। एलियर ग्राफ ਵਿੱਚ ਅਸੀਂ ਹਰ ਇੱਕ ਐਜ ਲਿਆ ਸੀ ਔਰ ਐਗਜ਼ੈਕਟਲੀ ਇੱਕ ਵਾਰ ਹੀ ਲਿਆ ਸੀ। ਇਹਦੇ ਵਿੱਚ ਅਸੀਂ ਹਰ ਇੱਕ ਵਰਟੈਕਸ ਲਾਵਾਂਗੇ, ਈਚ ਵਰਟੈਕਸ ਆਫ ਦੀ ਗ੍ਰਾਫ ਐਗਜ਼ੈਕਟਲੀ ਵਨਸ। ਤਾਂ ਇਸ ਤਰ੍ਹਾਂ ਦੇ ਅਸੀਂ ਪਾਥ ਨੂੰ ਅਸੀਂ ਕਹਾਂਗੇ ਹੈਮਿਲਟਨ ਪਾਥ। ਹੈਮਿਲਟਨ ਸਰਕਟ ਕੀ ਹੈ? एक हैमिल्टनियन पाथ ही है बट एक क्लोज्ड पाथ है। this closed Hamiltonian path is called circuit। Hamiltonian graph की है? A graph which possess either Hamiltonian circuit or Hamiltonian path is called a Hamiltonian graph। In Hamiltonian circuit or path we have to visit all the vertices। There may be some unvisited edges। ਅਸੀਂ ਸਾਰੇ ਵਰਸਸ ਨੂੰ ਵਿਜ਼ਿਟ ਕਰਨਾ ਹੈ। ਐਜ ਕੋਈ ਰਹਿ ਗਿਆ ਤਾਂ ਕੋਈ ਪ੍ਰੋਬਲਮ ਨਹੀਂ, ਕੋਈ ਐਜ ਰਹਿ ਸਕਦਾ ਹੈ। देयर may be some unvisited edges। ਸੈਕੰਡ ਹੈ ਕਿ if G has n vertices then Hamiltonian circuit will contain n edges where Hamiltonian path will contain n minus 1 edges। ਜੇਕਰ G ਦੇ ਵਿੱਚ n ਵਰਸਸ ਨੇ ਤਾਂ ਜੇਕਰ ਹੈਮਿਲਟਨੀਅਨ ਸਰਕਟ ਹੈ ਤਾਂ ਉਸ ਦੇ ਵਿੱਚ ਐਜਸ ਕਿੰਨੇ ਹੋਣਗੇ? n। ਤੇ ਜੇ ਪਾਥ ਹੈ ਤਾਂ ਐਜਸ ਕਿੰਨੇ ਹੋਣਗੇ? n minus 1। देयर may be more than one Hamiltonian path and circuit in the graph। ਇਸ ਇੱਕ ਹੈਮਿਲਟਨੀਅਨ ਗ੍ਰਾਫ ਦੇ ਵਿੱਚ ਇੱਕ ਤੋਂ ਜ਼ਿਆਦਾ ਪਾਥ ਤੇ ਸਰਕਟ, ਹੈਮਿਲਟਨੀਅਨ ਪਾਥ ਤੇ ਸਰਕਟ ਹੋ ਸਕਦੇ ਨੇ। ਹੁਣ ਅਸੀਂ ਹੈਮਿਲਟਨੀਅਨ ਗ੍ਰਾਫ ਦੇ ਬਾਰੇ ਕੁਝ ਥਿਓਰਮ ਪੜਾਂਗੇ ਵਿਦਾਊਟ ਪ੍ਰੂਫ। ਫਸਟ ਥਿਓਰਮ ਹੈ G be a connected simple graph with n versus and n is greater than 2, let u and v be two any non-adjacent vertices of the graph। ਜੇਕਰ ਦੋ non-adjacent vertices of the graph ਹੋਣ ਤਾਂ degree of u and degree of v, degree of any sum of degree of any two non-adjacent vertices is always greater than equal to n। ਤਾਂ g ਕੀ ਹੋਏਗਾ? हैमिल्टनियन। दूसरा है suppose G be a connected simple graph with n vertices and n is greater than 2 if degree of any vertex v is greater than n by 2 for every v vertex of the graph G then G is Hamiltonian। तीसरी थ्योरम है suppose m be the number of edges in the graph if m is greater than equal to half of n square minus 3n plus 2 where n is the number of vertices in the graph then G is Hamiltonian। ਜੇਕਰ ਇਹ ਤਿੰਨੋਂ ਥਿਓਰਮ ਸੈਟੀਸਫਾਈ ਹੁੰਦੀਆਂ ਨੇ, ਕੋਈ ਗ੍ਰਾਫ ਸੈਟੀਸਫਾਈ ਕਰਦਾ ਹੈ ਨੰਬਰ ਆਫ ਦੇ ਵਰਸਸ ਤੇ ਐਜਸ, ਤਾਂ ਅਸੀਂ ਕਹਾਂਗੇ ਕਿ ਗ੍ਰਾਫ ਕੀ ਹੋਏਗਾ? ਹੈਮਿਲਟਨੀਅਨ। ਸਾਡੇ ਕੋਲ ਇੱਕ ਗ੍ਰਾਫ ਹੈ ਜਿਸ ਦੇ ਵਿੱਚ 4 ਵਰਸਸ ਨੇ ਤੇ 5 ਐਜਸ ਨੇ। ਹੁਣ ਪਹਿਲੀ ਥਿਓਰਮ ਦੇਖੀਏ, u and v are two non-adjacent vertices। ਇਸ ਦੇ ਵਿੱਚ a ਤੇ c ਦੋ non-adjacent vertices ਨੇ। ਇਹਨਾਂ ਦੀ ਟੋਟਲ ਡਿਗਰੀ ਕਿੰਨੀ ਹੋਏਗੀ? 2 + 2 4 which is greater than equal to n। n ਕੀ ਸਾਡਾ 4। degree of a and degree of c is greater than equal to 4, therefore first theorem is true। next है degree of any vertex is always greater than equal to n by 2। ਸਾਡੇ ਕੋਲ n 4 ਹੈ ਤੇ n by 2 ਕਿੰਨਾ ਹੋ ਗਿਆ? 2। ਤਾਂ ਇਸ ਗ੍ਰਾਫ ਦੇ ਵਿੱਚ ਹਰ ਇੱਕ ਵਰਟੈਕਸ ਦੀ ਡਿਗਰੀ 2 ਜਾਂ 2 ਤੋਂ ਵੱਡੀ ਹੈ। ਤਾਂ ਸੈਕੰਡ ਥਿਓਰਮ ਇਜ਼ ਆਲਸੋ ਸੈਟੀਸਫਾਈਡ। ਨਾਓ ਥਰਡ, ਨੰਬਰ ਆਫ ਐਜਸ ਹੈਗੇ ਨੇ ਇਸ ਦੇ ਵਿੱਚ 5। ਤਾਂ ਇਸ ਥਿਓਰਮ ਦੇ ਅਕੋਰਡਿੰਗ m is greater than equal to half n square minus 3n by 2। ਤਾਂ ਇਹ ਸੈਟੀਸਫਾਈ ਹੁੰਦਾ ਸੀ। n ਦੀ ਵੈਲਿਊ ਪੁੱਟ ਕਰੀਏ, n ਦੀ ਵੈਲਿਊ 4 ਪੁੱਟ ਕਰੀਏ ਕਿਉਂਕਿ ਸਾਡੇ ਕੋਲ m 5 ਨੇ। n ਦੀ ਵੈਲਿਊ 4 ਪੁੱਟ ਕਰਦੇ ਤਾਂ ਹਾਫ n ਸਕੁਅਰ ਮਾਈਨਸ 3n ਪਲੱਸ 2 ਦੀ ਵੈਲਿਊ ਆ ਰਹੀ ਹੈ 3। ਕਲੀਅਰਲੀ m is 5 is greater than equal to 3। this means third theorem is also satisfied। therefore graph is Hamiltonian and graph contains Hamiltonian circuit। There is no hard and fast rule for constructing Hamiltonian path and circuits। however to find the Hamiltonian path and circuits following points should be kept in the mind।
if graph G with n verses has less than n edges, then no Hamiltonian circuit is possible. ਜੇਕਰ ਗ੍ਰਾਫ ਦੇ ਵਿੱਚ n ਵਰਸਸ ਨੇ ਤੇ ਉਹਦੇ ਵਿੱਚ n ਐਜਸ ਲੈਸ ਦੈਨ n ਹਨ, ਤਾਂ ਸਾਡੇ ਕੋਲ ਉਸ ਦੇ ਵਿੱਚ ਕੋਈ ਹੈਮਿਲਟੋਨੀਅਨ ਸਰਕਟ ਪੋਸੀਬਲ ਨਹੀਂ ਹੈ। ਇਨ ਹੈਮਿਲਟੋਨੀਅਨ ਸਰਕਟ ਐਨੀ ਵਰਟਸ ਕੈਨ ਨਾਟ ਹੈਵ ਡਿਗਰੀ more than 2। तीसरा है whenever we enter and leave a vertex we delete all other edges incident on that vertex। for example ਇਹ ਸਾਡਾ ਗ੍ਰਾਫ ਹੈ, ਇਸ ਗ੍ਰਾਫ ਦੇ ਵਿੱਚ ਪਾਥ ਹੈ, ਹੈਮਿਲਟਨ ਪਾਥ ਹੈ। ਅਸੀਂ E ਤੋਂ ਸਟਾਰਟ ਕਰਦੇ ਹਾਂ, E ਤੋਂ C, C ਤੋਂ D, D ਤੋਂ A, A ਤੋਂ B, ਅਸੀਂ ਕਿਉਂਕਿ ਹਰ ਇੱਕ ਵਰਟੈਕਸ ਨੂੰ ਇੱਕ ਵਾਰੀ ਵਿਜ਼ਿਟ ਕਰਨਾ, ਅਸੀਂ D ਤੋਂ A C ਨਹੀਂ ਆ ਸਕਾਂਗੇ, ਇਸ ਐਜ ਨੂੰ ਅਸੀਂ ਡਿਲੀਟ ਕਰ ਦਿੰਦੇ ਹਾਂ। ਤਾਂ ਸਾਡੇ ਕੋਲ ਸਿਰਫ ਇੱਕੋ ਹੀ ਪਾਥ ਹੈਮਿਲਟਨ ਪਾਥ ਹੈ, E C B A D। ਕਿਉਂਕਿ ਇਹ ਪਾਥ ਕਲੋਜ਼ ਨਹੀਂ ਹੈ, ਇਸ ਕਰਕੇ ਹੈਮਿਲਟਨ ਸਰਕਟ ਨਹੀਂ ਹੈ। ਗ੍ਰਾਫ 2 ਦੇ ਵਿੱਚ ਹੈਮਿਲਟਨ ਪਾਥ ਵੀ ਹੈ ਤੇ ਹੈਮਿਲਟਨ ਸਰਕਟ ਵੀ ਹੈ। A B C A B A B C D A, ਤਾਂ ਇੱਕ ਹੈਮਿਲਟਨ ਸਰਕਟ ਹੈ। A B C D ਇਹ ਇੱਕ ਹੈਮਿਲਟਨ ਪਾਥ ਦੇ ਵਿੱਚ ਇਹ ਐਜ ਨਹੀਂ ਆਏਗਾ। ਇਸ ਗ੍ਰਾਫ ਦੇ ਵਿੱਚ ਨਾ ਤਾਂ ਕੋਈ ਹੈਮਿਲਟਨ ਪਾਥ ਹੈ, ਨਾ ਹੀ ਹੈਮਿਲਟਨ ਸਰਕਟ ਹੈ। ਅਸੀਂ A ਤੋਂ E ਜਾਂਦੇ ਹਾਂ, E ਤੋਂ D ਜਾਂਦੇ ਹਾਂ, ਤਾਂ ਸਾਰੇ ਅਸੀਂ ਵਰਸਸ ਨੂੰ ਵਿਜ਼ਿਟ ਨਹੀਂ ਕੀਤਾ, ਤਾਂ ਇਹ ਹੈਮਿਲਟਨ ਪਾਥ ਨਹੀਂ ਹੋਏਗਾ ਤੇ ਨਾ ਹੀ ਇਹਦੇ ਵਿੱਚ ਹੈਮਿਲਟਨ ਸਰਕਟ ਹੈ। Does the graph G given below is have Hamiltonian circuit? Justify your answer। ਸਾਡੇ ਕੋਲ 5 ਵਰਸਸ ਨੇ ਤੇ ਨੰਬਰ ਆਫ ਐਜਸ ਹੈਗੇ ਨੇ 8, ਤਾਂ ਹੈਮਿਲਟੋਨੀਅਨ ਸਰਕਟ ਕੰਸਟਰਕਟ ਕਰਨ ਵਾਸਤੇ ਅਸੀਂ ਜਿਹੜਾ ਹੈ 5 ਵਰਸਸ ਨੇ ਤਾਂ 5 ਐਜਸ ਅਸੀਂ ਲਵਾਂਗੇ। ਅਸੀਂ A ਤੋਂ ਸਟਾਰਟ ਕਰਦੇ ਹਾਂ, ਤਾਂ ਫਸਟ ਐਜ ਅਸੀਂ AB ਐਜ ਲੈਂਦੇ ਹਾਂ, AB ਤੋਂ ਬਾਅਦ ਅਸੀਂ BC, BC ਤੋਂ ਬਾਅਦ ਅਸੀਂ CE, CE ਤੋਂ ਬਾਅਦ ED, D ਤੋਂ ਬਾਅਦ DA, ਤਾਂ ਇਹ ਸਾਡੇ ਕੋਲ ਹੈਮਿਲਟੋਨੀਅਨ ਸਰਕਟ ਬਣ ਗਿਆ। ਤਾਂ ਇਹ ਸਾਡੇ ਕੋਲ ਹੈਮਿਲਟੋਨੀਅਨ ਗ੍ਰਾਫ ਸੀ। ਨੈਕਸਟ ਅਸੀਂ ਪੜ੍ਹਦੇ ਹਾਂ a very important application of graph theory, salesman problem। salesman problem, salesman problem। ਕਿਸੇ ਸੇਲਜ਼ਮੈਨ ਦੀ ਪ੍ਰੋਬਲਮ ਕੀ ਹੈ ਕਿ ਉਹ ਕੁਝ ਆਈਟਮਸ ਨੂੰ ਸੇਲ ਕਰਦਾ ਹੈ। ਉਹ ਸੇਲਸ ਕਰਨ ਦੇ ਲਈ ਡਿਫਰੈਂਟ ਸਿਟੀ ਨੂੰ ਵਿਜ਼ਿਟ ਕਰਦਾ ਹੈ। ਸਪੋਜ਼ ਏ ਸੇਲਜ਼ਮੈਨ ਵਾਂਟਸ ਟੂ ਵਿਜ਼ਿਟ ਸਿਟੀ 1 2 3 4। He doesn't want to visit any city twice before completing the tour of all the cities and wishes to return to his home city। ਤਾਂ ਸੇਲਜ਼ਮੈਨ ਕੀ ਕਰਨਾ ਹੁੰਦਾ ਹੈ, ਕੁਝ ਗਿਵਨ ਡੈਸਟੀਨੇਸ਼ਨਸ, ਕੁਝ ਗਿਵਨ ਸਿਟੀਜ਼ ਨੂੰ ਵਿਜ਼ਿਟ ਕਰਨਾ ਹੁੰਦਾ ਔਰ ਐਗਜ਼ੈਕਟਲੀ ਇੱਕ ਵਾਰੀ ਕਰਨਾ ਹੁੰਦਾ ਔਰ ਉਸਨੇ ਸਾਰੇ ਸਿਟੀ ਨੂੰ ਵਿਜ਼ਿਟ ਕਰਨਾ ਔਰ ਐਗਜ਼ੈਕਟਲੀ ਇੱਕ ਵਾਰੀ ਕਰਨਾ ਹੈ। ਇਸ ਤਰ੍ਹਾਂ ਕਰਨਾ ਹੈ ਕਿ ਉਸਦੀ ਵਿਜ਼ਿਟਿੰਗ ਜਿਹੜੀ ਕਾਸਟ ਹੈ ਜਾਂ ਟਾਈਮ ਹੈ ਉਹ ਮਿਨੀਮਮ ਹੋਵੇ, ਜਾਣੀ ਕਿ ਉਹਦਾ ਰੂਟ ਜਿਹੜਾ ਹੈ ਉਹ ਲੀਸਟ ਕਾਸਟ ਵਾਲਾ ਹੋਣਾ ਚਾਹੀਦਾ ਹੈ। ਤਾਂ ਇਸ ਐਗਜ਼ਾਮਪਲ ਦੇ ਵਿੱਚ ਕੀ ਹੈ ਕਿ ਇੱਕ ਸੇਲਜ਼ਮੈਨ ਸਿਟੀ 1 2 3 4 ਨੂੰ ਵਿਜ਼ਿਟ ਕਰਦਾ ਅਤੇ ਉਸ ਦੇ ਵਿਜ਼ਿਟ ਕਰਨ ਦੇ ਲਈ ਜਿਹੜੀ ਕਾਸਟ ਹੈ ਉਹ ਗਿਵਨ ਹੈ, ਗਿਵਨ ਇਨ ਦਾ ਟੇਬਲ। ਸਿਟੀ 1 ਤੋਂ ਸਿਟੀ 1 ਇਹ ਜ਼ੀਰੋ ਕਾਸਟ ਹੈ, ਕਿਉਂਕਿ ਡਾਇਗੋਨਲੀ ਅਸੀਂ ਦੇਖੀਏ ਤਾਂ ਜ਼ੀਰੋ ਕਾਸਟ ਵਾਲੇ ਐਂਟਰੀਜ਼ ਨੇ, ਕਿਉਂਕਿ ਕਿਸੇ ਵੀ ਸਿਟੀ ਤੋਂ ਆਪਣੇ ਆਪ ਤੱਕ ਜਾਣ ਦੇ ਲਈ ਜਿਹੜੀ ਕਾਸਟ ਹੈ ਜ਼ੀਰੋ ਮੰਨੀ ਗਈ ਹੈ। 1 ਤੋਂ ਸਿਟੀ 2 ਲਈ 3 ਹੈ, ਸਿਟੀ 1 ਤੋਂ ਸਿਟੀ 3 ਲਈ 8 ਹੈ, ਸਿਟੀ 1 ਤੋਂ 4 ਲਈ 5 ਹੈ। ਇਹ ਡਿਫਰੈਂਟ ਕਾਸਟਸ ਨੇ। ਤਾਂ
ਸਿਟੀ 1 ਤੋਂ 1 2 ਤੋਂ 2 ਇਹ ਅਲਾਉਡ ਨਹੀਂ ਹੈ, ਇਸ ਕਰਕੇ ਅਸੀਂ ਕੀ ਕਰਦੇ ਹਾਂ, ਇਹ ਜਿਹੜੇ ਜ਼ੀਰੋ ਦੀ ਥਾਂ ਤੇ ਅਸੀਂ ਇੱਕ ਇਨਫਾਈਨਾਈਟ ਕਾਸਟ ਲੈ ਲੈਂਦੇ ਹਾਂ, ਜਿਸ ਦੀ ਅਸੀਂ ਕਾਸਟ ਮੰਨਦੇ ਹਾਂ ਕਿ ਬਹੁਤ ਜ਼ਿਆਦਾ, ਕਿਉਂਕਿ ਸਿਟੀ 1 to 1 2 to 2 3 to 3 are not allowed. Then we assign a large penalty cost infinity to these cells. ਤਾਂ ਹੁਣ ਅਸੀਂ ਇਸ ਮੈਟ੍ਰਿਕਸ ਨੂੰ ਯੂਜ਼ ਕਰਾਂਗੇ ਟੂ ਫਾਈਂਡ ਦ ਰੂਟ ਆਫ ਲੀਸਟ ਕਾਸਟ, ਟੂ ਫਾਈਂਡ ਦਾ ਰੂਟ ਆਫ ਸੇਲਸਮੈਨ ਜਿਸ ਦੀ ਕਾਸਟ ਕੀ ਹੈ, ਲੀਸਟ ਹੈ। ਤਾਂ ਪਹਿਲਾ ਸਟੈਪ ਹੈ ਇਸ ਮੈਟ੍ਰਿਕਸ ਦਾ ਅਸੀਂ ਰੋ ਰਿਡਿਊਸਡ ਮੈਟ੍ਰਿਕਸ ਲਿਖਾਂਗੇ। ਰੋ ਰਿਡਿਊਸ ਕੀ ਹੈ ਕਿ ਅਸੀਂ ਰੋ ਵਾਈਜ਼ ਦੇਖਦੇ ਹਾਂ ਸਭ ਤੋਂ ਲੀਸਟ ਐਲੀਮੈਂਟ ਕਿਹੜਾ ਹੈ। ਜਿਵੇਂ ਫਸਟ ਰੋ ਦਾ ਸਭ ਤੋਂ ਲੀਸਟ ਐਲੀਮੈਂਟ ਹੈ 3, ਤਾਂ 3 ਨੂੰ ਅਸੀਂ ਸਾਰੀਆਂ ਐਂਟਰੀ ਵਿੱਚੋਂ ਮਾਈਨਸ ਕਰ ਦੇਵਾਂਗੇ। ਸਿਮਿਲਰਲੀ ਸੈਕੰਡ ਰੋ ਦੇ ਵਿੱਚ ਜਿਹੜਾ ਲੀਸਟ ਐਲੀਮੈਂਟ ਹੈ 3, ਉਸ ਨੂੰ ਅਸੀਂ ਸਾਰੀਆਂ ਇਸ ਰੋ ਦੀਆਂ ਸਾਰੀਆਂ ਐਂਟਰੀ ਚੋਂ ਮਾਈਨਸ ਕਰਾਂਗੇ। ਅਤੇ ਥਰਡ ਰੋ ਦੇ ਵਿੱਚ ਲੀਸਟ ਐਲੀਮੈਂਟ ਹੈ 2, ਅਸੀਂ ਸਾਰੀਆਂ ਥਰਡ ਰੋ ਦੀਆਂ ਐਂਟਰੀਜ਼ ਦੇ ਵਿੱਚੋਂ ਇਹ 2 ਮਾਈਨਸ ਕਰ ਦੇਵਾਂਗੇ। ਲਾਸਟ ਰੋ ਫੋਰਥ ਦੇ ਵਿੱਚ ਲੀਸਟ ਐਲੀਮੈਂਟ ਹੈ 7, ਅਸੀਂ ਸਾਰੀਆਂ ਇਸ ਰੋ ਦੀਆਂ ਐਂਟਰੀਜ਼ ਦੇ ਵਿੱਚੋਂ 7 ਮਾਈਨਸ ਕਰਾਂਗੇ। ਸਾਡੇ ਕੋਲ ਰੋ ਰਿਡਿਊਸਡ ਆਏਗਾ। ਫਸਟ ਰੋ ਵਿੱਚੋਂ ਅਸੀਂ ਹਰ ਇੱਕ ਐਲੀਮੈਂਟ ਵਿੱਚੋਂ 3 ਮਾਈਨਸ ਕਰੀਏ ਤਾਂ ਇਨਫਿਨਿਟੀ ਮਾਈਨਸ 3 ਇਨਫਿਨਿਟੀ ਹੁੰਦਾ, 3 ਮਾਈਨਸ 3 0 ਹੁੰਦਾ, 8 ਮਾਈਨਸ 3 5 ਹੋਏਗਾ, 5 ਮਾਈਨਸ 3 2 ਹੋਏਗਾ। ਤਾਂ ਅਸੀਂ ਇਸ ਰੋ ਦੇ ਸਾਰੇ ਐਲੀਮੈਂਟ ਵਿੱਚੋਂ 3 ਮਾਈਨਸ ਕੀਤਾ। ਸੈਕੰਡ ਰੋ ਦੇ ਸਾਰੇ ਐਲੀਮੈਂਟ ਵਿੱਚ ਜਿਹੜਾ ਲੀਸਟ ਐਲੀਮੈਂਟ ਹੈ 3 ਮਾਈਨਸ ਕਰਾਂਗੇ ਤਾਂ 4 ਮਾਈਨਸ 3 1, ਫਿਰ ਇਨਫਿਨਿਟੀ ਮਾਈਨਸ 3 ਇਨਫਿਨਿਟੀ, 14 ਮਾਈਨਸ 3 11, 3 ਮਾਈਨਸ 3 0। ਨੈਕਸਟ ਹੈ ਸਾਡੇ ਥਰਡ ਰੋ ਦੇ ਵਿੱਚ ਲੀਸਟ ਐਲੀਮੈਂਟ ਹੈ 2, ਅਸੀਂ ਥਰਡ ਰੋ ਦੇ ਸਾਰੇ ਐਲੀਮੈਂਟਸ ਵਿੱਚੋਂ 2 ਮਾਈਨਸ ਕਰਾਂਗੇ। 2 ਮਾਈਨਸ 4 ਮਾਈਨਸ 2 2, 5 ਮਾਈਨਸ 2 3, ਇਨਫਿਨਿਟੀ ਮਾਈਨਸ ਇਨਫਿਨਿਟੀ ਮਾਈਨਸ 2 ਇਨਫਿਨਿਟੀ, 2 ਮਾਈਨਸ 2 0। ਐਂਡ ਲਾਸਟ ਰੋ ਵਿੱਚ ਸਭ ਤੋਂ ਲੀਸਟ ਐਲੀਮੈਂਟ ਹੈ 7, ਅਸੀਂ ਸਾਰੇ ਆਈਟਮ ਸਾਰੀਆਂ ਐਂਟਰੀ ਦੇ ਵਿੱਚੋਂ 7 ਮਾਈਨਸ ਕਰਦੇ ਹਾਂ। 7 ਮਾਈਨਸ 7 0, 8 ਮਾਈਨਸ 7 1, 13 ਮਾਈਨਸ 7 6, ਇਨਫਿਨਿਟੀ ਮਾਈਨਸ 7 ਇਨਫਿਨਿਟੀ। ਤਾਂ ਇਹ ਸਾਡਾ ਰੋ ਰਿਡਿਊਸਡ ਮੈਟ੍ਰਿਕਸ ਹੈ। ਦਿਸ ਇਜ਼ ਦਾ ਫਸਟ ਸਟੈਪ। ਸੈਕੰਡ ਸਟੈਪ 'ਚ ਕੀ ਕਰਨਾ, ਅਸੀਂ ਰੋ ਰਿਡਿਊਸਡ ਮੈਟ੍ਰਿਕਸ ਨੂੰ ਅਸੀਂ ਇਸ ਦਾ ਕਾਲਮ ਰਿਡਿਊਸ ਕਰਾਂਗੇ। ਹੁਣ ਅਸੀਂ ਕਾਲਮ ਵਾਈਜ਼ ਸਭ ਤੋਂ ਜਿਹੜਾ ਲੀਸਟ ਐਲੀਮੈਂਟ ਦੇਖਾਂਗੇ। ਜਿਵੇਂ ਫਸਟ ਕਾਲਮ ਦੇ ਸਭ ਤੋਂ ਛੋਟਾ ਐਲੀਮੈਂਟ ਹੈ 0, ਅਸੀਂ ਸਾਰਿਆਂ ਐਲੀਮੈਂਟ ਵਿੱਚ 0 ਮਾਈਨਸ ਕਰਾਂਗੇ ਤਾਂ ਇਹੀ ਸੇਮ ਕਾਲਮ ਆ ਜਾਏਗਾ। ਸੈਕੰਡ ਕਾਲਮ ਦੇ ਵਿੱਚ ਵੀ ਸਭ ਤੋਂ ਛੋਟਾ ਐਲੀਮੈਂਟ 0 ਹੈ। ਸਭ ਤੋਂ ਛੋਟਾ ਐਲੀਮੈਂਟ ਹੀ ਜਿਹੜਾ ਹੁੰਦਾ ਉਹ ਸਾਰੀਆਂ ਕਾਲਮ ਦੇ ਸਾਰੇ ਐਲੀਮੈਂਟਸ ਵਿੱਚੋਂ ਅਸੀਂ ਮਾਈਨਸ ਕਰਨਾ ਹੁੰਦਾ। 0 ਮਾਈਨਸ ਕਰਾਂਗੇ ਤਾਂ ਸੇਮ ਕਾਲਮ ਆਏਗਾ। ਥਰਡ ਕਾਲਮ ਦੇ ਵਿੱਚ ਸਭ ਤੋਂ ਛੋਟਾ ਐਲੀਮੈਂਟ ਹੈ ਸਾਡਾ 5, ਅਸੀਂ 5 ਮਾਈਨਸ ਕਰਦੇ ਹਾਂ ਤਾਂ 5 ਮਾਈਨਸ 5 0, 11 ਮਾਈਨਸ 5 16, ਇਨਫਿਨਿਟੀ ਮਾਈਨਸ 6 5 ਇਨਫਿਨਿਟੀ, 6 ਮਾਈਨਸ 5 1। ਫੋਰਥ ਕਾਲਮ ਦੇ ਵਿੱਚ ਅਗੇਨ ਸਭ ਤੋਂ ਲੀਸਟ ਐਲੀਮੈਂਟ 0 ਹੈ ਤਾਂ 0 ਮਾਈਨਸ ਕਰਾਂਗੇ ਤਾਂ ਅਗੇਨ ਉਹੀ ਸੇਮ ਐਲੀਮੈਂਟਸ ਆ ਜਾਣਗੇ। ਤਾਂ ਹੁਣ ਅਸੀਂ ਕੀ ਕਰਨਾ ਹੁੰਦਾ ਹੈ, ਇਹ 2 ਸਟੈਪ ਕਰਨ ਤੋਂ ਬਾਅਦ ਅਸੀਂ ਹੌਰੀਜ਼ੌਂਟਲ ਤੇ ਵਰਟੀਕਲ ਲਾਈਨਸ ਡਰਾ ਕਰਨੀਆਂ ਨੇ। ਇਹ ਵਾਲਾ ਮੈਥਡ ਇਸ ਦੇ ਵਿੱਚ ਮੈਂਸ਼ਨ ਨਹੀਂ ਕੀਤਾ ਗਿਆ, ਬਟ ਆਪਾਂ ਇਹ ਵਾਲਾ ਮੈਥਡ ਫੋਲੋ ਕਰਾਂਗੇ ਵਿਚ ਇਜ਼ ਵੈਰੀ ਔਰ ਈਜ਼ੀਐਸਟ ਮੈਥਡ, ਵੈਰੀ ਇਫੈਕਟਿਵ ਐਂਡ ਈਜ਼ੀਐਸਟ ਮੈਥਡ। ਤਾਂ ਅਸੀਂ ਕੀ ਕਰਦੇ ਹਾਂ, ਅਸੀਂ ਹੌਰੀਜ਼ੌਂਟਲ ਐਂਡ ਵਰਟੀਕਲ ਲਾਈਨਸ ਡਰਾ ਕਰਨੀਆਂ ਨੇ। ਤੇ ਅਸੀਂ ਇਸ ਤਰ੍ਹਾਂ ਲਾਈਨਸ ਡਰਾ ਕਰਨੀਆਂ ਨੇ, ਅਸੀਂ ਜ਼ੀਰੋਜ਼ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਅਸੀਂ ਕੋਸ਼ਿਸ਼ ਕਰਨੀ ਹੈ ਕਿ ਮਿਨੀਮਮ ਨੰਬਰ ਆਫ ਲਾਈਨਸ ਡਰਾ ਕੀਤੀਆਂ ਜਾਣ ਅਤੇ ਮੈਕਸੀਮਮ ਨੰਬਰ ਆਫ ਜ਼ੀਰੋਜ਼ ਕਵਰ ਕੀਤੀਆਂ ਜਾਣ। ਜਿਵੇਂ ਫਸਟ ਰੋ ਵਿੱਚ 2 ਜ਼ੀਰੋਜ਼ ਨੇ, ਆਪਾਂ ਇਹ ਲਾਈਨ ਡਰਾ ਕੀਤੀ ਅਤੇ ਉਸ ਤੋਂ ਬਾਅਦ ਲਾਸਟ ਫੋਰਥ ਕਾਲਮ ਦੇ ਵਿੱਚ 2 ਜ਼ੀਰੋਜ਼ ਨੇ ਅਤੇ 1 ਜ਼ੀਰੋ ਬਾਕੀ ਬਚ ਗਈ। ਇਸ ਨੂੰ ਕਵਰ ਕਰਨ ਲਈ ਅਸੀਂ ਇੱਕ ਹੌਰੀਜ਼ੌਂਟਲ ਲਾਈਨ ਡਰਾ ਕਰ ਸਕਦੇ ਹਾਂ ਜਾਂ ਵਰਟੀਕਲ ਲਾਈਨ ਡਰਾ ਕਰ ਸਕਦੇ ਹਾਂ। ਸਾਡਾ ਫਾਈਨਲ ਜਿਹੜਾ ਸਟੈਪ ਹੈ ਉਹ ਕਦੋਂ ਹੋਏਗਾ, ਜਦੋਂ ਸਾਡੇ ਕੋਲ ਜਿੰਨਾ ਇਸ ਮੈਟ੍ਰਿਕਸ ਦਾ ਆਰਡਰ ਹੈ, ਇਸ ਮੈਟ੍ਰਿਕਸ ਦਾ ਆਰਡਰ ਹੈ 4/4। ਸਾਡੇ ਕੋਲ ਜਿਹੜੀਆਂ ਮਿਨੀਮਮ ਨੰਬਰ ਆਫ ਲਾਈਨਸ ਨੇ ਜੋ ਅਸੀਂ ਡਰਾ ਕੀਤੀਆਂ ਨੇ, ਉਹਨਾਂ ਦੀ ਗਿਣਤੀ 4 ਹੋ ਜਾਏਗੀ। ਤਾਂ ਅਸੀਂ ਕਹਾਂਗੇ ਕਿ ਸਾਡਾ ਉਹ ਲਾਸਟ ਸਟੈਪ ਹੈ।
बट इस दे विच की है, साडे कोल 3 लाइनस ही ड्रा करनियां पईयां, असी सारियां ही जीरोस कवर करतीਆਂ। ਤਾਂ ਇਸ ਤੋਂ ਅੱਗੇ ਚੱਲਾਂਗੇ ਅਸੀਂ ਇੱਕ ਸਟੈਪ ਹੋਰ, ਕਿਉਂਕਿ ਇਹ ਸਾਡਾ ਫਾਈਨਲ ਸਟੈਪ ਨਹੀਂ ਹੈ। ਇਹਦੇ ਵਿੱਚ ਨੰਬਰ ਆਫ ਲਾਈਨ ਜਿਹੜੀਆਂ ਹੈ ਉਹ ਨਾਟ ਇਕੁਅਲ ਟੂ ਦ ਨੰਬਰ ਆਫ ਆਰਡਰ ਆਫ ਦ ਮੈਟ੍ਰਿਕਸ। ਤਾਂ ਅਸੀਂ ਕੀ ਕਰਦੇ ਹਾਂ, ਅਸੀਂ ਜਿਹੜੇ ਅਨਕਵਰਡ ਐਲੀਮੈਂਟਸ ਨੇ, ਅਸੀਂ ਇੱਕ ਹੋਰ ਮੈਟ੍ਰਿਕਸ ਬਣਾਵਾਂਗੇ। इस मैट्रिक्स ਦੇ ਵਿੱਚ ਆਪਾਂ ਦੁਬਾਰਾ ਫਿਰ ਐਂਟਰੀਜ਼ ਲਿਖਾਂਗੇ। ਤਾਂ ਹੁਣ ਸਾਡੇ ਕੋਲ ਜਿਹੜਾ ਪ੍ਰੀਵੀਅਸ ਮੈਟ੍ਰਿਕਸ ਹੈ ਉਹਦੇ ਵਿੱਚ ਦੇਖੋ ਧਿਆਨ ਨਾਲ, ਜਿਸ ਰੋ ਤੇ ਕਾਲਮ ਦੇ ਉੱਪਰ ਅਸੀਂ ਲਾਈਨ ਡਰਾ ਕੀਤੀਆਂ ਨੇ ਉਹਨਾਂ ਨੂੰ ਅਸੀਂ ਕਵਰਡ ਐਲੀਮੈਂਟਸ ਕਹਿੰਦੇ ਆ। ਜਿਨ੍ਹਾਂ ਦੇ ਉੱਪਰ ਅਸੀਂ ਕੋਈ ਲਾਈਨ ਡਰਾ ਨਹੀਂ ਜਿਹੜੇ ਐਲੀਮੈਂਟਸ ਦੇ ਉੱਪਰ ਕੀਤੀ, ਉਹ ਸਾਡੇ ਅਨਕਵਰਡ ਐਲੀਮੈਂਟਸ ਨੇ। ਤਾਂ ਅਨਕਵਰਡ ਐਲੀਮੈਂਟਸ ਨੂੰ ਧਿਆਨ ਨਾਲ ਦੇਖੋ, ਇਹ ਸਾਡੇ ਅਨਕਵਰਡ ਐਲੀਮੈਂਟਸ ਨੇ। ਇਹਨਾਂ ਅਨਕਵਰਡ ਐਲੀਮੈਂਟਸ ਵਿੱਚ ਸਭ ਤੋਂ ਲੀਸਟ ਐਲੀਮੈਂਟ ਕਿਹੜਾ ਹੈ? सब तो लीस्ट है 1। तो हुण की करना है, हुण असी इस नवे मैट्रिक्स दे विच एंट्रीज लिखनियां ने। असी जिहड़े अनकवर्ड एलीमेंट सी उन्हां विचों तां लीस्ट एलीमेंट 1 माइनस करांगे। जिहड़े कवर्ड एलीमेंट्स ने उन्हां नूं असी कुछ नहीं करांगे, जिथे लाइनस दा इंटरसैक्शन है उत्थे ये जिहड़ा लीस्ट एलीमेंट ऐड करांगे। की करांगे? अनकवर्ड एलीमेंट विचों ये लीस्ट एलीमेंट माइनस करांगे, कवर्ड एलीमेंट्स एज इट इज़। जिथे ये इंटरसैक्शन है लाइनस का उन्हां बॉक्स दे विच असीं ये लीस्ट एलीमेंट ऐड करांगे। तो इनफिनिटी एज इट इज़ होगी, ये 0 भी एज इट इज़ क्योंकि कवर्ड एलीमेंट है, ये दूसरी 0 ये भी एज इट इज़। तीसरा साडे कोल जिहड़ा 2 है क्योंकि इत्थे इंटरसैक्शन है 2 लाइनस का, ਇਹਦੇ ਵਿੱਚ ਆਪਾਂ ਲੀਸਟ ਐਲੀਮੈਂਟ ਐਡ ਕਰਾਂਗੇ। ਸਾਡੇ ਕੋਲ ਕੀ ਆਏਗਾ 3। ਇਹ ਅਨਕਵਰਡ ਐਲੀਮੈਂਟ ਸੀ, ਇਸ ਵਿੱਚੋਂ 1 ਮਾਈਨਸ ਕਰਾਂਗੇ 0, ਫਿਰ ਇਨਫਿਨਿਟੀ ਮਾਈਨਸ 1 ਇਨਫਿਨਿਟੀ, ਫਿਰ ਨੈਕਸਟ 6 ਮਾਈਨਸ 1 5, ਫਿਰ 0 कवर्ड है ए एज इट इज़ 0 रहेगा। ये अनकवर्ड है, अनकवर्ड ਵਿੱਚੋਂ 1 माइनस करांगे 1 आ गया। 3 माइनस 1 2, ए इनफिनिटी, ए 0 कवर्ड है एज इट इज़। फिर उस तो बाद है 2 इस ਵਿੱਚੋਂ हो गया। फिर लास्ट ਜਿਹੜਾ रो है ਇਹਦੇ ਵਿੱਚ 0 कवर्ड है 1 एज इट इज़ 1 एज इट इज़ ਤੇ ਇਨਫਿਨਿਟੀ ਵਿੱਚ ਅਸੀਂ 1 ਐਡ ਕਰਾਂਗੇ ਤਾਂ ਇਨਫਿਨਿਟੀ प्लस 1 ਇਨਫਿਨਿਟੀ ਪਾਏਗਾ। ਹੁਣ ਅਸੀਂ ਇਸ मैट्रिक्स ਦੇ ਵਿੱਚ ਦੁਬਾਰਾ अगेन लाइन्स ड्रा करांगे टू कवर द जीरोस। ਅਸੀਂ 0 कवर करने की कोशिश करनी है, मिनिमम नंबर लाइन ड्रा करनियां ने। तो फस्ट साडे कोल ये लाइन होगी, ये 2 जीरोस कवर हो गई, ये 2 जीरोस कवर हो गई इस लाइन नाल। तो ये फस्ट कॉलम दे विच असीं एक लाइन ड्रा करिए तो जिहड़ियां फस्ट कॉलम दीयां 2 जीरोस ये कवर हो गई। हुण साडे मैट्रिक्स दे विच कोई भी जीरो बाकी नहीं बची, सारियां जीरोस कवर हो गई। तो नंबर ऑफ लाइन्स कितनियां ड्रा करनियां पईयां 3। बट साडा ऑर्डर ऑफ मैट्रिक्स है 4/4। तो साडियां जिहड़ियां मिनिमम नंबर ऑफ लाइन्स ने वो हजे भी ऑर्डर ऑफ मैट्रिक्स तो घट हैं, इस करके दिस इज नॉट ए फाइनल स्टैप ऑफ दिस प्रॉब्लम। तो असी इसनूं एक होर मैट्रिक्स बनावांगे। असी एक होर मैट्रिक्स ड्रा करते हैं। अगेन असी देखते हैं जिहड़े अनकवर्ड एलीमेंट्स ने, अनकवर्ड एलीमेंट्स दे विचों लीस्ट एलीमेंट असी चूज करते हैं। लीस्ट एलीमेंट है 1 है साडा, एक भी 1 है, दोनों ही लीस्ट एलीमेंट ने। तो असी अनकवर्ड एलीमेंट्स विचों ये 1 माइनस करांगे, जिहड़े कवर्ड एलीमेंट्स ने वो एज इट इज़, जिथे इंटरसैक्शन है लाइन्स का उत्थे ही लीस्ट एलीमेंट असी ऐड करांगे। तो इत्थे सब तो पहला जिहड़ा है इनफिनिटी प्लस 1 इनफिनिटी आएगा, फिर 0 एज इट कवर्ड है, ये भी 0 कवर्ड है। 3 ਦੇ ਵਿੱਚ ਅਸੀਂ 1 ऐड करांगे 4 हो जाएगा। फिर 0 एक कवर्ड है, ये बाकी सारे कवर्ड एलीमेंट एज इट इज़। ਜਿਹੜੇ अनकवर्ड ने उन्होंने 1 ਅਸੀਂ माइनस करना है, इनफिनिटी माइनस 1 इनफिनिटी, 5 माइनस 1 4,
2 ਮਾਈਨਸ 1 1 ਇਨਫਿਨਿਟੀ ਮਾਈਨਸ 1 ਇਨਫਿਨਿਟੀ ਤੇ 1 ਮਾਈਨਸ 1 0, ਇੱਥੇ ਵੀ 0 ਆਏਗਾ। ਅਗੇਨ ਜਿਹੜੇ ਕਵਰਡ ਐਲੀਮੈਂਟਸ ਨੇ ਆ ਵਾਲੇ ਇਹ ਐਜ 'ਚ ਆਉਣਗੇ 0 0 ਇਨਫਿਨਿਟੀ। ਹੁਣ ਇਸ ਮੈਟ੍ਰਿਕਸ ਦੇ ਵਿੱਚ ਅਸੀਂ ਲਾਈਨਸ ਡਰਾ ਕਰਨੀਆਂ ਨੇ ਟੂ ਕਵਰ ਆਲ ਦਾ ਜ਼ੀਰੋ। ਸਭ ਤੋਂ ਵੱਧ ਜ਼ੀਰੋ ਕਿਸ ਰੋ 'ਚ ਨੇ, ਇਸ ਲਾਸਟ। ਸਭ ਤੋਂ ਪਹਿਲਾਂ ਅਸੀਂ ਇੱਥੇ ਲਾਈਨ ਡਰਾ ਕਰਾਂਗੇ, ਫਿਰ ਇਹ ਵਾਲੀ, ਫਿਰ ਇਹ ਦੋ, ਇਸ ਦੋ ਨੇ। ਅਸੀਂ 3 ਲਾਈਨਸ ਡਰਾ ਕੀਤੀਆਂ, ਬਟ ਅਸੀਂ ਇਹਨਾਂ ਤਿੰਨਾਂ ਲਾਈਨਸ ਦੇ ਨਾਲ ਸਾਰੀਆਂ ਜ਼ੀਰੋਸ ਕਵਰ ਨਹੀਂ ਕਰ ਪਾਏ। ਇੱਕ ਜ਼ੀਰੋ ਬਾਕੀ ਰਹਿ ਗਈ, ਉਸ ਨੂੰ ਕਵਰ ਕਰਨ ਵਾਸਤੇ ਇੱਕ ਹੋਰ ਲਾਈਨ ਡਰਾ ਕਰਨੀ ਹੀ ਪਏਗੀ ਸਾਨੂੰ। ਤਾਂ ਹੁਣ ਸਾਰੀਆਂ ਜ਼ੀਰੋਸ ਕਵਰ ਕਰਨ ਦੇ ਲਈ ਸਾਨੂੰ 4 ਲਾਈਨਸ ਡਰਾ ਕਰਨੀਆਂ ਪਈਆਂ। ਸਾਡਾ ਆਰਡਰ ਆਫ ਮੈਟ੍ਰਿਕਸ ਕੀ ਹੈ, 4/4, ਤੇ ਮਿਨੀਮਮ ਨੰਬਰ ਆਫ ਲਾਈਨਸ ਡਨ ਕਿੰਨੀਆਂ ਨੇ, 4। ਤਾਂ ਇਹ ਸਾਡੇ ਇਸ ਪ੍ਰੋਸੈਸ ਦਾ ਲਾਸਟ ਮੈਟ੍ਰਿਕਸ ਹੈ। ਹੁਣ ਅਸੀਂ ਰੂਟ ਬਣਾਵਾਂਗੇ। ਤਾਂ ਹੁਣ ਅਸੀਂ ਰੂਟ ਕਿਵੇਂ ਬਣਾਵਾਂਗੇ, ਅਸੀਂ ਅਗੇਨ ਜਿਹੜਾ ਹੈ ਇਹ ਇੱਕ ਮੈਟ੍ਰਿਕਸ ਦੁਬਾਰਾ ਬਣਾਉਣੇ ਆ। ਇਹ ਲਾਸਟ ਵਾਲੀਆਂ ਐਂਟਰੀਜ਼ ਮੈਂ ਦੁਬਾਰਾ ਲਿਖ ਰਿਹਾ। ਇੱਥੇ ਹੈ ਇਨਫਿਨਿਟੀ, ਇੱਥੇ ਹੈ 0 0 4 0 ਇਨਫਿਨਿਟੀ 4 0 1 1 ਇਨਫਿਨਿਟੀ 0 0 0 0 ਇਨਫਿਨਿਟੀ। ਤਾਂ ਹੁਣ ACT 1 ਸੀ, ACT 2 ਹੈ, 3 ਹੈ, 4 ਹੈ, ਇੱਥੇ 1 ਹੈ, 2 3 4। ਹੁਣ ਅਸੀਂ ਰੂਟ ਬਣਾਉਣਾ ਹੈ। ਤਾਂ ਸਭ ਤੋਂ ਪਹਿਲਾਂ ਜਿਸ ਰੋ ਦੇ ਵਿੱਚ ਜਾਂ ਕਾਲਮ ਦੇ ਵਿੱਚ ਸਭ ਤੋਂ ਘੱਟ ਜ਼ੀਰੋਜ਼ ਨੇ ਅਸੀਂ ਉਹ ਚੂਜ਼ ਕਰਨਾ ਹੈ। ਪਹਿਲੀ ਰੋ ਦੇ ਵਿੱਚ 2, ਦੂਜੀ ਰੋ ਵਿੱਚ 2, ਤੀਜੀ ਰੋ ਵਿੱਚ 1 ਹੈ, ਚੌਥੀ ਰੋ ਵਿੱਚ 3 ਨੇ। ਫਸਟ ਕਾਲਮ ਵਿੱਚ 2, ਦੂਜੇ ਕਾਲਮ ਵਿੱਚ 2, ਤੀਜੇ ਕਾਲਮ ਵਿੱਚ 2, ਚੌਥੇ ਕਾਲਮ ਵਿੱਚ 2, ਬਟ ਤੀਸਰੀ ਰੋ ਦੇ ਵਿੱਚ ਇੱਕ ਹੀ ਜ਼ੀਰੋ ਹੈ। ਇਸ ਜ਼ੀਰੋ ਦੇ ਉੱਪਰ ਇੱਕ ਸਕੁਏਅਰ ਜਾਂ ਸਰਕਲ ਡਰਾ ਕਰ ਦਿਓ। ਨੋ। ਹੁਣ ਅਸੀਂ ਜਿਸ ਜ਼ੀਰੋ ਦੇ ਉੱਪਰ ਅਸੀਂ ਇਹ ਸਕੁਏਅਰ ਡਰਾ ਕੀਤਾ, ਅਸੀਂ ਉਸ ਰੋ ਤੇ ਕਾਲਮ ਵਿੱਚ ਬਾਕੀ ਸਾਰੀਆਂ ਜ਼ੀਰੋਜ਼ ਨੂੰ ਕ੍ਰਾਸ ਕਰ ਦੇਵਾਂਗੇ। ਇਸ ਥਰਡ ਰੋ ਵਿੱਚ ਕੋਈ ਜ਼ੀਰੋ ਨਹੀਂ, ਬਟ ਫੋਰਥ ਕਾਲਮ ਵਿੱਚ ਇੱਕ ਜ਼ੀਰੋ ਸੀ, ਅਸੀਂ ਇਸ ਨੂੰ ਕ੍ਰਾਸ ਕੀਤਾ। ਨੈਕਸਟ, ਹੁਣ ਦੇਖੋ ਕਿਸ ਰੋ ਜਾਂ ਕਾਲਮ ਦੇ ਵਿੱਚ ਸਭ ਤੋਂ ਘੱਟ ਜ਼ੀਰੋਜ਼ ਨੇ, ਜਿਹੜੀਆਂ ਕ੍ਰਾਸ ਹੋ ਗਈਆਂ ਜਾਂ ਅਸੀਂ ਜਿਹਦੇ ਉੱਪਰ ਸਕੁਏਅਰ ਡਰਾ ਕੀਤਾ ਅਸੀਂ ਉਹ ਨਹੀਂ ਦੇਖਣੀਆਂ, ਉਸ ਤੋਂ ਬਾਕੀ ਦੇਖਣੀਆਂ ਨੇ। ਹੁਣ ਫਸਟ ਰੋ ਵਿੱਚ 2 ਨੇ, ਸੈਕੰਡ ਰੋ ਵਿੱਚ ਇੱਕ ਹੀ ਬਚੀ ਕਿਉਂਕਿ ਇੱਕ ਤਾਂ ਕ੍ਰਾਸ ਕਰ ਚੁੱਕੀਆਂ ਸੀ। ਥਰਡ ਦੇ ਵਿੱਚ ਇੱਕ, ਜਿਸ ਅਸੀਂ ਰੋ ਜਾਂ ਕਾਲਮ ਦੇ ਵਿੱਚ ਅਸੀਂ ਇੱਕ ਸਕੁਏਅਰ ਡਰਾ ਕੀਤਾ ਜ਼ੀਰੋ ਦੇ ਉੱਪਰ, ਉਸ ਨੂੰ ਅਸੀਂ ਉਸ ਦੇ ਵਿੱਚ ਦੁਬਾਰਾ ਅਸੀਂ ਇਹ ਜ਼ੀਰੋ ਨਹੀਂ ਲੈਣੀ। ਉਸ ਤੋਂ ਇਲਾਵਾ ਬਾਕੀ ਅਸੀਂ ਰੋ ਜਾਂ ਕਾਲਮ ਦੇਖਣੇ ਨੇ। ਤਾਂ ਹੁਣ ਸਾਡੇ ਕੋਲ ਫਸਟ ਰੋ ਦੇ ਵਿੱਚ 2, ਸੈਕੰਡ ਦੇ ਵਿੱਚ 1 ਤੇ ਫੋਰਥ ਦੇ ਵਿੱਚ, ਥਰਡ ਅਸੀਂ ਨਹੀਂ ਦੇਖਾਂਗੇ ਕਿਉਂਕਿ ਥਰਡ ਰੋ ਦੇ ਵਿੱਚ ਅਸੀਂ ਅਸਾਈਨਮੈਂਟ ਕਰ ਚੁੱਕੇ ਹਾਂ। ਫੋਰਥ ਦੇ ਵਿੱਚ ਸਾਡੇ ਕੋਲ 3 ਜ਼ੀਰੋਜ਼ ਨੇ। ਸਭ ਤੋਂ ਘੱਟ ਜ਼ੀਰੋ ਸੈਕੰਡ 'ਚ ਹੈ। ਹਾਂਜੀ, ਹੁਣ ਅਸੀਂ ਇਸ ਰੋ ਜਾਂ ਇਸ ਦੇ ਸਾਹਮਣੇ ਸੈਕੰਡ ਰੋ ਦੇ ਵਿੱਚ ਜਾਂ ਫਸਟ ਕਾਲਮ ਦੇ ਵਿੱਚ ਬਾਕੀ ਸਾਰੀ ਜ਼ੀਰੋਜ਼ ਨੂੰ ਕ੍ਰਾਸ ਕਰ ਦੇਵਾਂਗੇ। ਹੁਣ ਸਾਡੇ ਕੋਲ ਫਸਟ ਰੋ ਤੇ ਫੋਰਥ ਰੋ ਹੀ ਬਚਦੀ ਹੈ, ਇਸ ਦੇ ਵਿੱਚ ਅਸੀਂ ਜ਼ੀਰੋਜ਼ ਲੈਣੀਆਂ ਨੇ। ਫਸਟ ਰੋ ਦੇ ਵਿੱਚ ਵੀ 2 ਨੇ ਤੇ ਫੋਰਥ ਰੋ ਵਿੱਚ ਵੀ 2 ਨੇ। ਸੈਕੰਡ ਕਾਲਮ ਵਿੱਚ ਵੀ 2 ਨੇ ਤੇ ਥਰਡ ਕਾਲਮ ਵਿੱਚ ਵੀ 2 ਨੇ। ਤਾਂ ਅਸੀਂ ਕੋਈ ਮਰਜ਼ੀ ਚੂਜ਼ ਕਰ ਸਕਦੇ ਹਾਂ। ਮੰਨ ਲਓ ਅਸੀਂ ਇਹ ਚੂਜ਼ ਕਰਦੇ ਹਾਂ, ਤਾਂ ਇਸ ਦੇ ਸਾਹਮਣੇ ਵਾਲੀ A ਵਾਲੀ ਜ਼ੀਰੋ ਤੇ ਇਸ ਰੋ ਵਾਲੀ ਜ਼ੀਰੋ ਵੀ ਕ੍ਰਾਸ ਹੋ ਜਾਏਗੀ ਕਿਉਂਕਿ ਇੱਕ ਰੋ ਜਾਂ ਕਾਲਮ ਵਿੱਚ ਅਸੀਂ ਇੱਕ ਹੀ ਜ਼ੀਰੋ ਸਿਲੈਕਟ ਕਰਨੀ ਹੈ, ਬਾਕੀ ਜ਼ੀਰੋ ਅਸੀਂ ਕ੍ਰਾਸ ਕਰਾਂਗੇ। ਤਾਂ ਹੁਣ ਵੀ ਆਰ ਲੈਫਟ ਵਿਦ ਓਨਲੀ 1 ਜ਼ੀਰੋ ਇਨ ਫੋਰਥ ਰੋ। ਅਸੀਂ ਇਸ ਫੋਰਥ ਰੋ ਵਿੱਚ ਵਾਲੀ ਜ਼ੀਰੋ ਨੂੰ ਅਸੀਂ ਸਿਲੈਕਟ ਕਰਾਂਗੇ। ਹਰ ਰੋ ਅਤੇ ਹਰ ਕਾਲਮ ਦੇ ਵਿੱਚ ਇੱਕ ਜ਼ੀਰੋ ਸਿਲੈਕਟ ਕਰਨੀ ਹੈ। ਹੁਣ ਅਸੀਂ ਰੂਟ ਬਣਾਵਾਂਗੇ।
फस्ट सिटी तो असी फस्ट रो देखो जीरो कितने है, थर्ड कॉलम च। ਇਹਦਾ मतलब होया कि असी फस्ट सिटी तो जावांगे 3 ਦੇ ਵਿੱਚ ਤੇ ਇਹ 3 आ गया। 3 ਤੋਂ ਅਸੀਂ ਕਿੱਥੇ ਜਾਵਾਂਗੇ, 3 ਵਾਲੇ ਰੋ ਵਿੱਚ ਦੇਖੋ फोर्थ कॉलम ਵਿੱਚ ਸਾਡੇ ਕੋਲ 0 ਹੈ, ਤਾਂ 3 ਤੋਂ 4 ਜਾਵਾਂਗੇ ਅਸੀਂ ਤੇ ਫਿਰ ਉਸ ਤੋਂ ਬਾਅਦ 4 ਰੋਜ਼ ਦੇਖਾਂਗੇ 0 ਕਿੱਥੇ ਹੈ, ਸੈਕੰਡ ਕਾਲਮ ਚ। फोर्थ सिटी ਅਸੀਂ ਸੈਕੰਡ ਜਾਵਾਂਗੇ ਤੇ ਸੈਕੰਡ ਦੇ ਵਿੱਚ ਅਸੀਂ ਦੇਖੀਏ ਰੋ ਦੇ ਵਿੱਚ 0 ਕਿੱਥੇ ਹੈ, ਫਸਟ ਦੇ ਵਿੱਚ, ਤਾਂ ਫਿਰ ਸੈਕੰਡ ਤੋਂ ਅਸੀਂ ਆਵਾਂਗੇ ਫਸਟ ਸਿਟੀ। ਤਾਂ ਇਹ ਸਾਡਾ ਰੂਟ ਬਣ ਗਿਆ। ਸਿਟੀ ਫਸਟ ਤੋਂ ਅਸੀਂ ਸਿਟੀ 3 ਜਾਵਾਂਗੇ, ਸਿਟੀ 3 ਤੋਂ 4, 4 ਤੋਂ ਸੈਕੰਡ, ਸੈਕੰਡ ਤੋਂ ਫਿਰ ਫਸਟ। ਤਾਂ ਇਹ ਸਾਡਾ ਰੂਟ ਹੈ। ਸਾਰੇ ਸਿਟੀ ਅਸੀਂ ਕਵਰ ਕੀਤੇ ਹੈ, ਸਾਰੇ ਸਿਟੀ ਕਵਰ ਕੀਤੇ ਹੈ ਔਰ ਅਸੀਂ ਵਾਪਸ ਹੋਮ ਸਿਟੀ ਨੰਬਰ 1 ਦੇ ਵਿੱਚ ਵਾਪਸ ਆ ਗਏ। ਸਾਡਾ ਰੂਟ ਕੀ ਹੋਏਗਾ, 1 to 3, 3 to 4, 4 to 2, 2 to 1। दिस इज द ट्रैवलिंग सेल्समैन प्रॉब्लम। एंड इस रूट की कॉस्ट की होएगी, साडा जिहड़ा ओरिजिनल मैट्रिक्स है असी जिहड़ा बनाया है रूट, ਉਹਦੇ ਵਿੱਚ ਕੀ ਕੀਤਾ ਸੀ, ਅਸੀਂ ਕੀਤਾ 1 to 3, 3 to 4, 4 to 2, 2 to 1। ਤਾਂ ਅਸੀਂ ਸਾਡੇ ਕੋਲ ਹੈ रूट है 1 to 3, 3 to 4, 4 to 2, 2 to 1। ਤਾਂ 1 ਤੋਂ 3 ਜਾਣ ਦੀ ਕॉस्ट ਕੀ ਹੈ, 8 रुपीज़, 8 प्लस 3 to 4 जान की कॉस्ट की है, 3 to 4 जान की कॉस्ट है 2 रुपए, 2। तो 4 to 2 जान की कॉस्ट की है, 4 to 2 जान की कॉस्ट है 8, 8 प्लस तो 2 to 1 जान की कॉस्ट कितनी है, 4, 4। तो साढ़े को जी है 22 रुपीज़ कॉस्ट होगी साढ़े इस रूट की। दिस इज द मिनिमम लीस्ट कॉस्ट for a traveling salesman problem। this method is not ये ज़्यादा पॉपुलर भी नहीं है ते और ये समझ भी थोड़ा नहीं आ रहा बच्चों नूं, इस करके जो मैथड मैं करवाया इस नूं फॉलो करो। इस दे विच कोई प्रॉब्लम है तो तुसी मैनूं पुछ सकते हो। तो दिस इज द ट्रैवलिंग सेल्समैन प्रॉब्लम। इस दियां नाल दियां कुछ प्रॉब्लम होर भी हैगियां ने, तुसी इस नूं डिस्कस कर सकते हो। जे कोई प्रॉब्लम हुई तुसी मैनूं पुछ सकते हो, कॉन्टैक्ट कर सकते हो। थैंक यू स्टूडेंट्स।